ਸੀਐਮ ਸਾਹਿਬ ਜਦੋਂ ਬਣੇ ਨੇ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਬੈਠੇ ਨੇ, ਉਸ ਤੋਂ ਪਹਿਲਾਂ ਦਾ ਸਫ਼ਰ ਤੇ ਹੁਣ ਦਾ ਸਫ਼ਰ ਦੀ ਗੱਲ ਕਰੀਏ ਤਾਂ ਕਿੰਨਾ ਕੁ ਚੇਂਜ ਆਇਆ? ਸਾਹਿਬ ਤਾਂ ਜਦੋਂ ਦੇ ਬਣੇ ਆ ਸੀਐਮ ਸਾਹਿਬ, ਉਹ ਤਾਂ ਘਰ ਹੀ ਨਹੀਂ ਆਉਂਦੇ, ਸਾਡੀ ਆਪਸ 'ਚ ਗੱਲ ਨਹੀਂ ਹੁੰਦੀ। ਮੈਂ ਵੀ ਕਈ ਵਾਰੀ ਫੋਨ ਤੇ ਹੀ ਆਪਣੇ ਡਰਾਈਵਰ ਨੂੰ ਕਹਿੰਦੀ ਹਾਂ ਮੇਰੀ ਸਾਹਿਬ ਨਾਲ ਗੱਲ ਕਰਾ ਦੇ, ਕੋਈ ਐਮਰਜੈਂਸੀ ਹੁੰਦੀ ਹੈ। ਸੀਐਮ ਸਾਹਿਬ ਦੀ ਸਭ ਤੋਂ ਸੋਹਣੀ ਗੱਲ ਕਿਹੜੀ ਲੱਗਦੀ ਹੈ ਤੁਹਾਨੂੰ? ਆ ਕੇ ਹੱਥ ਜ਼ਰੂਰ ਜੋੜ ਦਿੰਦੇ ਆ। ਮੈਂ ਕਿਹਾ ਤੁਸੀਂ ਤਾਂ ਘਰ ਵੀ ਸਾਰਾ ਦਿਨ, ਜਦੋਂ ਆਉਣਾ ਉਹਨਾਂ ਨੇ ਹੱਥ ਜ਼ਰੂਰ ਜੋੜਨੇ ਆ। ਮੈਂ ਕਿਹਾ ਤੁਸੀਂ ਤਾਂ ਸਾਨੂੰ ਇੱਕ ਪਬਲਿਕ ਬਣਾਇਆ ਜਿਵੇਂ ਬਾਕੀਆਂ ਦੇ। ਕਹਿੰਦੇ ਮੈਨੂੰ ਆਦਤ ਪੈ ਗਈ ਹੈ। ਅਸੀਂ ਹੱਸ ਪੈਂਦੇ ਹਾਂ ਵੀ ਸਾਹਿਬ ਆਏ ਆ, ਸਾਰਿਆਂ ਨੂੰ ਘਰਦਿਆਂ ਨੂੰ ਵੀ ਹੱਥ ਜੋੜੀ ਜਾਂਦੇ ਨੇ। ਸੀਐਮ ਸਾਹਿਬ ਨੇ ਇੱਕ ਵਾਰੀ ਸਟੇਜ ਦੇ ਉੱਤੇ ਕਿਹਾ ਸੀਗਾ, ਕਹਿੰਦੇ ਤੁਸੀਂ ਮੇਰੇ ਨਾਲ ਦੀ ਨੂੰ ਕਿਤੇ ਨਾ ਇੰਨਾ ਨਾਰੇ ਲਾ ਕੇ ਖੜਾ ਕਰ ਦਿਓ ਕਿ ਮੇਰੀ ਕਿਤੇ ਕੁਰਸੀ ਨਾ ਚੱਲ ਜੇ। ਮੈਨੂੰ ਹੁਣ ਜਦੋਂ ਲੱਗਿਆ ਕਿ ਸਾਹਿਬ ਨੂੰ ਸਾਰੇ ਪੰਜਾਬ ਦੀ ਜ਼ਰੂਰਤ ਹੈਗੀ ਹੈ, ਵੀ ਉਹਨਾਂ ਨੇ ਪੰਜਾਬ 'ਚ ਘੁੰਮਣਾ, ਇਸ ਲਈ ਮੈਂ ਆਪਣੀ ਨੌਕਰੀ ਤੋਂ ਰਿਜ਼ਾਈਨ ਕਰਕੇ ਐਜ਼ ਏ SMO ਤੇ ਮੈਂ ਹੁਣ ਆਪ ਖੁਦ ਪਿੰਡਾਂ 'ਚ ਵਿਚਰ ਰਹੀ ਹਾਂ। ਦਾ ਸਮਰ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਕੌਰ ਸਮਰਾ। 2022 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਤੇ ਚੋਣ ਅਖਾੜਾ ਜਿਹੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਹਰ ਸਿਆਸੀ ਪਾਰਟੀ ਜਿਹੜੀ ਹੈ ਚੋਣ ਪ੍ਰਚਾਰ ਦੇ ਲਈ ਡੋਰ ਟੂ ਡੋਰ ਜਿਹੜਾ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ, ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ। ਸੋ ਸੀਐਮ ਦੀ ਅਸੀਂ ਗੱਲ ਕਰਾਂਗੇ ਤਾਂ ਉਹਨਾਂ ਦਾ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚੋਂ ਵਿਚਰ ਰਹੇ ਨੇ, ਪੂਰਾ ਪਰਿਵਾਰ ਉਹਨਾਂ ਦਾ ਚੋਣ ਪ੍ਰਚਾਰ ਕਰ ਰਿਹਾ, ਇੱਥੋਂ ਤੱਕ ਕਿ ਉਹਨਾਂ ਦੇ ਬੇਟੇ ਜੋ ਨਵੇਂ ਵਿਆਹੇ ਨੇ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਤੱਕ ਵੀ ਚੋਣ ਪ੍ਰਚਾਰ ਕਰ ਰਹੀ ਹੈ। ਸੋ ਅੱਜ ਸੀਐਮ ਸਾਹਿਬ ਦੇ ਪਤਨੀ ਸਾਡੇ ਨਾਲ ਮੌਜੂਦ ਨੇ। ਸੋ ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦਾ ਸਮਰ ਨਿਊਜ਼ ਤੇ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਔਰ ਮੈਂ ਤੁਹਾਡੇ TV ਦਾ, ਸਮਰ ਨਿਊਜ਼ ਵਾਲਿਆਂ ਦਾ ਧੰਨਵਾਦ ਕਰਦੀ ਹਾਂ। ਤੁਸੀਂ ਮੈਨੂੰ ਇਹ ਮੌਕਾ ਦਿੱਤਾ ਕਿ ਤੁਸੀਂ ਮੇਰੇ ਨਾਲ ਰੂਬਰੂ ਹੋ, ਇਹਦੇ ਲਈ ਮੈਂ ਬਹੁਤ ਧੰਨਵਾਦ ਹਾਂ ਜੀ ਤੁਹਾਡਾ ਜੀ। ਮੈਮ ਸਭ ਤੋਂ ਪਹਿਲਾਂ ਸਵਾਲ ਇਹੀ ਕਰਾਂਗੇ, ਸੀਐਮ ਸਾਹਿਬ ਨੇ ਇੱਕ ਵਾਰੀ ਸਟੇਜ ਦੇ ਉੱਤੇ ਕਿਹਾ ਸੀਗਾ, ਕਹਿੰਦੇ ਤੁਸੀਂ ਮੇਰੇ ਨਾਲ ਦੀ ਨੂੰ ਕਿਤੇ ਨਾ ਇੰਨਾ ਨਾਰੇ ਲਾ ਕੇ ਖੜਾ ਕਰ ਦਿਓ ਕਿ ਮੇਰੀ ਕਿਤੇ ਕੁਰਸੀ ਨਾ ਚੱਲ ਜੇ। ਸਭ ਤੋਂ ਪਹਿਲਾਂ ਉਹ ਸਵਾਲ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਜਿਵੇਂ ਕਿ ਕਹਿੰਦੇ ਆ ਪਿੱਛੇ ਹਰ ਤਾਕਤ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ। ਮੈਂ ਤਾਂ ਉਹਨਾਂ ਦਾ ਘਰ ਹੀ ਸਾਂਭਣ ਵਾਸਤੇ ਉਹ ਹੋਈ ਹਾਂ। ਪਰ ਮੈਨੂੰ ਹੁਣ ਜਦੋਂ ਲੱਗਿਆ ਕਿ ਸਾਹਿਬ ਨੂੰ ਸਾਰੇ ਪੰਜਾਬ ਦੀ ਜ਼ਰੂਰਤ ਹੈਗੀ ਹੈ, ਵੀ ਉਹਨਾਂ ਨੇ ਪੰਜਾਬ 'ਚ ਘੁੰਮਣਾ, ਇਸ ਲਈ ਮੈਂ ਆਪਣੀ ਨੌਕਰੀ ਤੋਂ ਰਿਜ਼ਾਈਨ ਕਰਕੇ ਐਜ਼ ਏ SMO ਤੇ ਮੈਂ ਹੁਣ ਆਪ ਖੁਦ ਪਿੰਡਾਂ 'ਚ ਵਿਚਰ ਰਹੀ ਹਾਂ। ਉਹਨਾਂ ਦੀਆਂ ਲੋਕਾਂ ਦੀਆਂ ਪ੍ਰੋਬਲਮਸ ਮੈਂ ਸੌਰਟ ਆਊਟ ਕਰ ਰਹੀ ਹਾਂ, ਸੁਣ ਰਹੀ ਹਾਂ ਵੀ ਕੀ ਹੈ। ਮੇਨ ਆਪਾਂ ਪਿੰਡਾਂ 'ਚ ਜਾ ਰਹੇ ਹਾਂ, ਕੱਚੇ ਘਰਾਂ ਦੀ ਪ੍ਰੋਬਲਮ ਆ ਰਹੀ ਹੈ, ਸਾਡੇ ਬਾਲੇ ਗਿਰੇ ਆ, ਸਾਡੇ ਇੱਕ ਮੇਨ ਆ ਰਹੀ ਹੈ ਆਪਣੇ ਜਿਹੜੇ ਬੱਚੇ ਹੈ, ਯੰਗ ਬੱਚੇ ਹੈ, ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਇਹ ਸਭ ਤੋਂ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ। ਸਾਨੂੰ ਵੀ ਲੱਗ ਰਿਹਾ ਵੀ ਹਾਂ ਇਹ ਬਹੁਤ ਜ਼ਰੂਰੀ ਮੇਨ ਇਸ਼ੂ ਸਾਡੇ ਦੋ ਇਹ ਹੈਗੇ ਆ ਜਿਹੜੇ ਸਭ ਤੋਂ ਪਹਿਲਾਂ ਅਸੀਂ ਪ੍ਰਾਇਓਰਟੀ ਦੇ ਬੇਸ ਤੇ ਇਹ ਕੰਮ ਕਰਾਣੇ ਆ। ਬਾਕੀ ਤਾਂ ਦੇਖੋ ਪੰਜਾਬ ਦੀ ਤਰੱਕੀ ਲਈ ਕੰਮ ਤਾਂ ਆਪਾਂ ਨੇ ਕਰਾਣੇ ਹੀ ਕਰਾਣੇ ਆ, ਪਰ ਜਿਹੜੀਆਂ ਮੇਨ ਪ੍ਰੋਬਲਮਸ ਮੈਨੂੰ ਆ ਰਹੀਆਂ, ਇਹ ਪ੍ਰੋਬਲਮਸ ਆ ਰਹੀਆਂ, ਇਹ ਮੈਂ ਸਰ ਨੂੰ ਦੱਸ ਕੇ ਇਹ ਆਪਾਂ ਨੇ ਜ਼ਰੂਰ ਸੌਰਟ ਆਊਟ ਕਰਾਉਣਾ। ਵੀ ਬੱਚਿਆਂ ਦਾ ਹੈਗਾ ਵੀ ਬਹੁਤ, ਹਰ ਕੋਈ ਡਿਗਰੀਆਂ ਕਰਕੇ ਬੱਚੇ ਵਿਹਲੇ ਫਿਰ ਰਹੇ ਆ ਅਤੇ ਉਸ ਕਰਕੇ ਜਿਹੜੇ ਉਹਨਾਂ ਦੇ ਪੇਰੈਂਟਸ ਹੈ ਲੋਨ ਲੈ ਕੇ ਉਹਨਾਂ ਨੂੰ ਕਦੇ ਕਿਤੇ ਭੇਜ ਰਹੇ ਆ, ਬਾਹਰ ਜਾ ਰਹੇ ਆ, ਉੱਥੇ ਮਾਂ ਬਾਪ ਤੜਫ ਰਹੇ ਆ, ਇੱਧਰ ਬੱਚੇ ਉੱਥੇ ਇੰਨੀ ਮਿਹਨਤਾਂ ਕਰ ਰਹੇ ਆ, ਉਹ ਸਾਡੇ ਤੋਂ ਦੇਖਿਆ ਨਹੀਂ ਜਾ ਰਿਹਾ। ਉਹਦੇ ਕਰਕੇ ਸਾਡੇ ਮਨ 'ਚ ਇਹ ਹੁੰਦਾ ਵੀ ਆਪਾਂ ਇੱਥੇ ਹੀ ਕੋਈ ਇਹੋ ਜਿਹੀਆਂ ਨੌਕਰੀਆਂ ਬੱਚਿਆਂ ਨੂੰ ਦਈਏ, ਕੁਝ ਕਰੀਏ ਤਾਂ ਕਿ ਬੱਚੇ ਬਾਹਰ ਨਾ ਜਾਣ। ਅਸੀਂ ਗੱਲ ਕਰੀਏ ਨਾ, ਜਦੋਂ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਵਿਚਰਦੇ ਹੋ ਹੈ ਨਾ, ਅਤੇ ਲੋਕ ਤੁਹਾਡੇ ਨਾਲ ਆਪਣੀਆਂ ਮੁਸੀਬਤਾਂ ਸਾਂਝੀਆਂ ਕਰਦੇ ਨੇ, ਕਿਉਂਕਿ ਹਰ ਇੱਕ ਲੋਕਾਂ ਦੇ ਮਨ ਦੇ ਵਿੱਚ ਹੁੰਦਾ ਕਿ ਸਾਡੇ ਦੁੱਖ ਤਕਲੀਫਾਂ ਜਿਹੜੀਆਂ ਨੇ ਉਹ ਸੁਣੀਆਂ ਜਾਣ। ਅਤੇ ਇੱਥੋਂ ਤੱਕ ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿ ਖੁਦ ਸੀਐਮ ਸਾਹਿਬ ਅਤੇ ਉਹਨਾਂ ਦੀ ਪਤਨੀ, ਉਹਨਾਂ ਦਾ ਪੂਰਾ ਪਰਿਵਾਰ ਲੋਕਾਂ ਦੇ ਘਰ ਘਰ ਜਾ ਕੇ ਉਹਨਾਂ ਦੀਆਂ ਤਕਲੀਫਾਂ ਪੁੱਛ ਰਹੇ ਨੇ ਅਤੇ ਮਦਦ ਜਿਹੜੀ ਕੀਤੀ ਜਾ ਰਹੀ ਹੈ। ਸੋ ਐਂਡ 'ਤੇ ਜਦੋਂ ਤੁਸੀਂ ਸਾਰੇ, ਕਿਉਂਕਿ ਤੁਹਾਡੇ ਵੱਲੋਂ ਸਾਰੇ ਪਰਿਵਾਰ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ, ਅਖੀਰ ਦੇ ਵਿੱਚ ਜਦੋਂ ਰਾਤ ਨੂੰ ਇਕੱਠੇ ਹੁੰਦੇ ਹੋ ਤਾਂ ਕੀ ਚਰਚਾ ਹੁੰਦੀ ਹੈ ਉਸ ਸਮੇਂ? ਦੇਖੋ ਸਾਹਿਬ ਤਾਂ ਜਦੋਂ ਦੇ ਬਣੇ ਆ ਸੀਐਮ ਸਾਹਿਬ, ਉਹ ਤਾਂ ਘਰ ਹੀ ਨਹੀਂ ਆਉਂਦੇ, ਸਾਡੀ ਆਪਸ 'ਚ ਗੱਲ ਨਹੀਂ ਹੁੰਦੀ। ਮੈਂ ਵੀ ਕਈ ਵਾਰੀ ਫੋਨ ਤੇ ਹੀ ਆਪਣੇ ਡਰਾਈਵਰ ਨੂੰ ਕਹਿੰਦੀ ਹਾਂ ਮੇਰੀ ਸਾਹਿਬ ਨਾਲ ਗੱਲ ਕਰਾ ਦੇ, ਕੋਈ ਐਮਰਜੈਂਸੀ ਹੁੰਦੀ ਹੈ। ਸਾਹਿਬ ਇੰਨੇ ਬਿਜ਼ੀ ਹੁੰਦੇ ਆ, ਮੀਟਿੰਗ ਅਸੀਂ ਜਾ ਕੇ ਜ਼ਰੂਰ ਡਿਸਕਸ ਕਰਦੇ ਹਾਂ ਵੀ ਇਹ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਇਹਨਾਂ ਨੂੰ ਆਪਾਂ ਨੇ ਪਹਿਲ ਦੇ ਆਧਾਰ 'ਤੇ ਕੰਮ ਕਰਨਾ ਹੈ। ਮਤਲਬ ਕਿ ਉਹ ਹੁਣ ਸਾਹਿਬ ਬਣ ਗਏ ਨਾ, ਥੋੜ੍ਹਾ ਸਮਾਂ ਉਹਨਾਂ ਦਾ ਉਹ ਹੋ ਗਿਆ ਕਿ ਉਹਨਾਂ ਨੂੰ ਬਿਜ਼ੀ ਹਮੇਸ਼ਾ, ਜੇ ਮੈਂ ਕੋਈ ਮਰੰਡੇ ਵੀ ਆਉਂਦੀਆਂ ਨਾ ਵੀ ਮੈਂ ਕੋਈ ਗੱਲ ਕਰਨੀ ਹੈ, ਉੱਥੇ ਵੀ ਇੰਨਾ ਹਜ਼ੂਮ ਉਹਨਾਂ ਦਾ ਨਾਲ ਆਲੇ ਦੁਆਲੇ ਹੁੰਦੇ ਆ ਵੀ ਆਪਾਂ ਕੋਈ ਗੱਲ ਹੀ ਨਹੀਂ ਕਰ ਸਕਦੇ ਉਹਨਾਂ ਨਾਲ। ਅਤੇ ਜੇ ਕਈ ਵਾਰੀ ਫੋਨ 'ਤੇ ਵੀ ਕਦੇ ਡਰਾਈਵਰ ਵੀ ਫੜਾ ਦਿੰਦਾ ਨਾ ਤਾਂ ਵੀ ਕਹਿਣਗੇ ਅੱਛਾ ਠੀਕ ਹੈ ਓਕੇ,
ਇੰਨੀ ਕੁ ਗੱਲ ਹੁੰਦੀ ਆ। ਹੁਣ ਸਾਡੇ ਜਦੋਂ ਦੇ ਸੀਐਮ ਸਾਡਾ ਮਤਲਬ ਕਿ ਅਸੀਂ ਪਹਿਲਾਂ ਇਕੱਠੇ ਬੈਠਦੇ ਸੀ, ਡਿਸਕਸ ਹੁੰਦਾ ਸੀ, ਅਸੀਂ ਦੇਖਦੇ ਸੀ ਆਉਣਾ ਹੈ, ਆ ਕੇ ਇਹਨਾਂ ਨੇ ਖੇਡਣਾ ਵੀ, ਬੈਡਮਿੰਟਨ ਵੀ ਖੇਡਣਾ ਬੱਚਿਆਂ ਦੇ ਨਾਲ, ਫਿਰ ਅਸੀਂ ਸਾਰੇ ਇਕੱਠੇ ਹੋ ਕੇ ਬੈਠ ਕੇ ਮਤਲਬ ਗੱਲਬਾਤ ਕਰਦੇ ਸੀਗੇ। ਹੁਣ ਮਤਲਬ ਕਿ ਉਹ ਸਾਡਾ ਆਪਸ 'ਚ ਕਮਿਊਨੀਕੇਸ਼ਨ ਹੈ ਕੀ ਹੈ ਪਤਾ ਨਹੀਂ, ਬਿਜ਼ੀ ਹੋਣ ਕਰਕੇ ਉਹ ਸਾਡੇ ਕੋਲ ਬਿਲਕੁਲ ਟਾਈਮ ਨਹੀਂ ਦੇ ਪਾ ਰਹੇ। ਅੱਛਾ, ਜਦੋਂ ਸੀਐਮ ਸਾਹਿਬ ਦੇ ਵੱਲੋਂ ਤੁਹਾਡੀ ਗੱਲ ਕੀਤੀ ਗਈ ਸੀ ਸਟੇਜ ਦੇ ਉੱਤੇ, ਅੱਜ ਵੀ ਸਾਨੂੰ ਯਾਦ ਹੈ ਤੁਹਾਡੀਆਂ ਅੱਖਾਂ ਭਰੀਆਂ ਹੋਈਆਂ ਸਨ ਉਸ ਸਮੇਂ, ਜਦੋਂ ਉਹਨਾਂ ਨੇ ਕਿਹਾ ਸੀ ਕਿ ਮੇਰੀ ਜਿੰਨੀ ਵੀ ਅਚੀਵਮੈਂਟ ਹੈ ਉਸ ਦੇ ਪਿੱਛੇ ਮੇਰੀ ਪਤਨੀ ਦਾ ਹੱਥ ਹੈ। ਕਿਉਂਕਿ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਵੀ ਆਪਾਂ ਸੋਚਦੇ ਹਾਂ ਵੀ ਆਪਾਂ ਇਹਨਾਂ ਨੂੰ ਦੱਸੀਏ, ਕਿਉਂਕਿ ਇਹ ਮੈਂ ਐਜ਼ ਏ ਗਵਰਨਮੈਂਟ ਸਰਵੈਂਟ ਹੋਣ ਕਰਕੇ ਮੈਨੂੰ ਇਹ ਪ੍ਰੋਬਲਮਸ ਪਤਾ ਹੈ, ਕਿਉਂਕਿ ਮੇਰੇ NHM ਦਾ ਸਟਾਫ ਹੈ, ਮੈਂ ਉਹਨਾਂ ਨੂੰ ਦੇਖ ਰਹੀ ਹਾਂ ਹੈ ਨਾ, ਇੰਨੀ ਘੱਟ ਪੇ 'ਤੇ ਵਿਚਾਰੀਆਂ ਲੱਗੀਆਂ ਹੋਈਆਂ ਹੈ ਨਾ, 2007 ਤੋਂ ਰੈਗੂਲਰ 24 ਘੰਟੇ ਡਿਊਟੀ ਕਰਦੀਆਂ, ਡੇ ਨਾਈਟ ਡਿਊਟੀ ਕਰਦੀਆਂ। ਮੈਂ ਉਹਨਾਂ ਨੂੰ ਕਹਿੰਦੀ ਹਾਂ ਆਏ ਇਹਨਾਂ ਦਾ ਦੇਖ ਲਓ, ਮੈਂ ਤਾਂ ਥੋੜ੍ਹਾ ਜਿਹਾ ਪਿੱਛੋਂ ਲੱਗੀ ਰਹਿੰਦੀ ਹਾਂ ਵੀ ਥੋੜ੍ਹਾ ਜਿਹਾ ਇਹਨਾਂ ਦਾ ਵੀ ਕਰ ਦਿਓ, ਇਹਨਾਂ ਦਾ ਵੀ ਕਰ ਦਿਓ। ਹੁਣ ਜਦੋਂ ਧਰਨੇ ਲੱਗੇ ਸੀ ਉਦੋਂ ਵੀ ਮੈਂ ਬਹੁਤ ਕਹਿੰਦੀ ਸੀਗੀ ਇਹਨਾਂ ਦਾ ਸੌਟ ਆਊਟ ਕਰ ਲਾ, ਕਹਿੰਦੇ ਦੇਖ ਮੈਨੂੰ ਵੀ ਪਤਾ ਹੈ ਇਹ ਚੀਜ਼ਾਂ ਕਰਨੀਆਂ ਹੈਗੀਆਂ, ਪਰ ਟਾਈਮ ਦੀ ਸ਼ਾਰਟੇਜ ਹੈ, ਕੁਝ ਨੋਟੀਫਿਕੇਸ਼ਨ ਹੋਣ ਨੂੰ ਵੀ ਟਾਈਮ ਲੱਗ ਜਾਂਦਾ ਹੈਗਾ, ਇਸ ਕਰਕੇ ਪ੍ਰੋਬਲਮ ਆਉਂਦੀ ਹੈ। ਜੇ ਆਪਾਂ ਆਉਂਦੇ ਹਾਂ, ਆਪਾਂ ਨੇ ਸਾਰੇ ਇਹ ਕੰਮ ਪਹਿਲ ਦੇ ਆਧਾਰ 'ਤੇ ਕਰਾਉਣੇ ਹੈ, ਇਹ ਨਹੀਂ ਹੈ ਵੀ ਆਪਾਂ ਜਿਸ ਤਰ੍ਹਾਂ ਪਹਿਲਾਂ ਹੋਈਆਂ ਸਰਕਾਰਾਂ ਵੀ ਆਰਾਮ ਨਾਲ ਬੈਠੇ ਆ, ਕੰਮ ਕਰਨੇ ਨੇ, ਲੋਕਾਂ ਨੂੰ ਪਤਾ ਚੱਲੇ ਵੀ ਕੋਈ ਆਇਆ ਹੈ ਨਾ। ਅਸੀਂ ਗੱਲ ਕਰੀਏ ਤਾਂ ਸੀਐਮ ਸਾਹਿਬ ਜਦੋਂ ਵੀ ਕਿਤੇ ਘਰ ਤੁਹਾਨੂੰ ਮਿਲਦੇ ਨੇ ਹੈ ਨਾ, ਤੁਸੀਂ ਕਿਹਾ ਕਿ ਇਸ ਤਰੀਕੇ ਦੇ ਨਾਲ ਗੱਲਬਾਤ ਹੁੰਦੀ ਹੈ। ਕਈ ਵਾਰੀ ਕੀ ਹੁੰਦਾ ਕਿ ਇੱਕ ਮੇਜਰ ਪ੍ਰੋਬਲਮ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਨਾ, ਲੋਕ ਕਹਿੰਦੇ ਹੈ ਕਿ ਸਾਡੀ ਇਹ ਮੁਸੀਬਤ ਹੱਲ ਕੀਤੀ ਜਾਵੇ। ਪੰਜਾਬ ਦੀ ਨਬਜ਼ ਅੱਜ ਤੁਸੀਂ ਟਟੋਲਦੇ ਹੋ ਘਰ ਘਰ ਜਾ ਕੇ, ਕਿਵੇਂ ਦਾ ਮਹਿਸੂਸ ਹੁੰਦਾ ਕਿ ਜਦੋਂ ਲੋਕਾਂ ਦੇ ਵੱਲੋਂ ਪਿਆਰ ਦਿੱਤਾ ਜਾਂਦਾ ਤੁਹਾਨੂੰ ਹੈ ਨਾ? ਦੇਖੋ ਜਦੋਂ ਅਸੀਂ ਜਾਂਦੇ ਆ ਨਾ ਤੇ ਸਾਰੇ ਇੱਕਦਮ ਹੀ ਆ ਜਾਂਦੇ ਆ। ਇੱਕ ਤਾਂ ਪਤਾ ਨਹੀਂ ਇਹ ਕਰਕੇ ਲੱਗਦਾ ਵੀ ਚਲੋ ਮੁੱਖ ਮੰਤਰੀ ਦੀ ਵਾਈਫ ਆਈ ਹੈ, ਉਹਨਾਂ ਨੂੰ ਮਿਲ ਕੇ ਸ਼ਾਇਦ ਹੁਣੇ ਹੀ ਸੌਟ ਆਊਟ ਹੋ ਜਾਏਗਾ। ਇੱਕਦਮ ਤਾਂ ਦੇਖੋ ਸਾਰੀ ਪ੍ਰੋਬਲਮ ਇੱਕਦਮ ਤਾਂ ਸੌਟ ਆਊਟ ਹੁੰਦੀਆਂ ਨਹੀਂ, ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਹੈਗਾ ਨਾ। ਆਪਾਂ ਤਾਂ ਇਹੀ ਕੋਸ਼ਿਸ਼ ਕਰਾਂਗੇ ਜਿਹੜੀਆਂ ਵੀ ਆ ਮੇਨ ਨਸ਼ੇ, ਬੱਚੇ ਨਸ਼ਿਆਂ ਵੱਲ ਜਾ ਰਹੇ ਆ, ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਸਟੇਡੀਅਮ ਵਗੈਰਾ ਖੋਲੀਏ, ਇਹਨਾਂ ਦੀ ਅੱਛੀ ਐਜੂਕੇਸ਼ਨ। ਸਾਹਿਬ ਦਾ ਵੀ ਇਹੀ ਏਮ ਹੈ ਵੀ ਆਪਾਂ ਕੋਈ ਅੱਛੇ ਲਿਆਈਏ, ਮਤਲਬ ਕਿ ਕੰਮ ਕਰੀਏ। ਜਿਵੇਂ ਬੱਚਿਆਂ ਨੂੰ ਇੱਥੇ ਸਕਿੱਲ ਯੂਨੀਵਰਸਿਟੀ ਖੋਲ੍ਹਤੀ, ITIs ਖੋਲ੍ਹਤੇ, ਉੱਥੇ ਫ੍ਰੀ 3100 ਜਿਵੇਂ ਉਹਨਾਂ ਨੇ, ਮੈਂ ਤਾਂ ਹੁਣ ਭਾਸ਼ਣਾਂ ਤੋਂ ਹੀ ਸੁਣਦੀ ਪਈ ਹਾਂ ਨਾ, ਕਿਉਂਕਿ ਇੱਦਾਂ ਐਜ਼ ਮੇਰੇ ਨਾਲ ਸਿੱਧੇ ਨਹੀਂ ਡਾਇਰੈਕਟ ਪੋਲੀਟੀਕਲੀ ਗੱਲ ਕਰਦੇ, ਉਹ ਜਿਵੇਂ ਡਿਸਕਸ਼ਨ 'ਚ ਬੈਠੇ ਆ, ਆਪਾਂ ਇਕੱਠੇ ਬੈਠੇ ਆ, ਉਦੋਂ ਕਹਿੰਦੇ ਆ ਇਹਨਾਂ ਦਾ ਵੀ ਕੰਮ ਕਰ ਦਿਓ, ਦੇਖੀਏ ਇੰਨੇ ਵਿਚਾਰੇ ਰੋਡਸ 'ਤੇ ਬੈਠੇ ਆ, ਇਕੁਅਲ ਪੇ ਇਕੁਅਲ ਵਰਕ ਹੋਣਾ ਚਾਹੀਦਾ, ਕਿਉਂਕਿ ਉਹ ਵੀ ਉਨੀ ਮਿਹਨਤ ਕਰ ਰਹੇ ਨੇ, ਬਾਕੀ ਵੀ ਉਨੀ ਮਿਹਨਤ ਕਰ ਰਹੇ ਆ। ਇਹਦੇ ਕਰਕੇ ਆਪਾਂ ਨੂੰ ਲੱਗਦਾ ਵੀ ਜਿਹੜੇ ਕੰਮ ਹੈ ਆਪਾਂ ਪਹਿਲ ਦੇ ਆਧਾਰ 'ਤੇ ਕਰਨੇ ਨੇ। ਸੀਐਮ ਸਾਹਿਬ ਜਦੋਂ ਬਣੇ ਨੇ, ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਬੈਠੇ ਨੇ, ਉਸ ਤੋਂ ਪਹਿਲਾਂ ਦਾ ਸਫ਼ਰ ਤੇ ਹੁਣ ਦਾ ਸਫ਼ਰ ਦੀ ਗੱਲ ਕਰੀਏ ਤਾਂ ਕਿੰਨਾ ਕੁ ਚੇਂਜ ਆਇਆ? ਮੈਂ ਤੁਹਾਨੂੰ ਦੱਸ ਹੀ ਨਾ ਆਲਰੇਡੀ ਦੱਸ ਰਹੀ ਹਾਂ ਵੀ ਸਾਡਾ ਆਪਸ 'ਚ ਕਮਿਊਨੀਕੇਸ਼ਨ ਹੀ ਨਹੀਂ ਹੈ ਹੁਣ। ਮਤਲਬ 5-6 ਵਾਰੀ ਘਰ ਆਏ ਆ ਖਰੜ, ਤੇ ਉਹ ਕਦੇ 2 ਸੈਕਟਰ ਕਦੇ ਪੁੱਛਦੇ ਆ, ਜਾਂ ਮੈਂ ਫੇਸਬੁੱਕ ਤੇ ਦੇਖਦੀ ਹਾਂ ਸਾਹਿਬ ਕਿੱਥੇ ਨੇ, ਤੇ ਜਾਂ ਫਿਰ ਡਰਾਈਵਰ ਨੂੰ ਪੁੱਛਦੀ ਹਾਂ ਸਾਹਿਬ ਕਿੱਥੇ ਨੇ, ਉਹ ਇੱਥੇ ਹੈ, ਮੀਟਿੰਗ ਚੱਲ ਰਹੀ ਹੈ ਜੀ, ਸਾਹਿਬ ਉੱਥੇ ਗਏ, ਸਾਹਿਬ ਉੱਥੇ ਗਏ। ਮਤਲਬ ਕਿ ਹੁਣ ਸਾਡਾ ਆਪਸ 'ਚ ਥੋੜ੍ਹਾ ਜਿਹਾ ਗੈਪ ਹੋਣ ਕਰਕੇ ਸਾਡੀ ਆਪਸ 'ਚ ਕੋਈ ਗੱਲਬਾਤ ਨਹੀਂ ਹੋਈ। ਅੱਛਾ, ਕਦੇ ਐਂ ਕਿਹਾ ਕਿ ਤੁਸੀਂ ਮੈਨੂੰ ਟਾਈਮ ਨਹੀਂ ਦਿੰਦੇ? ਕਦੇ ਮੈਂ ਅੱਜ ਤੱਕ 30 ਸਾਲ ਹੋ ਗਏ ਸਾਡੇ ਵਿਆਹ ਨੂੰ, ਮੈਂ ਕਦੇ ਉਹਨਾਂ ਨੂੰ ਇੱਦਾਂ ਨਹੀਂ ਕਿਹਾ ਵੀ ਤੁਸੀਂ ਮੈਨੂੰ ਟਾਈਮ ਨਹੀਂ ਦਿੰਦੇ। ਮੈਨੂੰ ਪਤਾ ਬਿਜ਼ੀ ਹੈ, ਪੋਲੀਟੀਕਲ ਲਾਈਫ ਹੀ ਇਹੋ ਜਿਹੀ ਹੈ। ਮੈਂ ਤਾਂ ਜਦੋਂ ਤੋਂ ਮੈਰਿਜ ਦਾ ਇਹੀ ਦੇਖ ਰਹੀ ਹਾਂ। ਐਜ਼ ਏ ਦੇਖੋ MC ਖੜੇ ਹੋਏ ਆ, 15 ਸਾਲ ਉਹਨਾਂ ਨੇ MC ਤੇ 2 ਵਾਰੀ ਪ੍ਰਧਾਨ ਬਣੇ ਆ ਖਰੜ ਦੇ, ਉੱਥੇ ਵੀ ਉਹਨਾਂ ਨੇ ਬਹੁਤ ਕੰਮ ਕਰਾਏ ਆ। ਉਸ ਤੋਂ ਬਾਅਦ ਦੇਖੋ ਹੁਣ ਫਿਰ MLA ਆਜ਼ਾਦ ਖੜੇ, ਉਦੋਂ ਮਿਹਨਤ ਬਹੁਤ ਕੀਤੀ ਹੈ, ਕਿਉਂਕਿ ਇੱਥੇ 25 ਸਾਲ ਦਾ ਇੱਕ ਅਕਾਲੀਆਂ ਦਾ ਗੜ੍ਹ ਸੀਗਾ ਜਿਹੜਾ ਉਹਨਾਂ ਨੇ ਤੋੜਿਆ। ਬਹੁਤ ਮਿਹਨਤ ਕੀਤੀ ਆ। ਉਦੋਂ ਸਾਡਾ ਵੀ ਪਰਿਵਾਰ ਨੇ ਸਾਰਾ, ਸਾਡਾ ਇੱਕ ਜੁਆਇੰਟ ਫੈਮਿਲੀ ਹੈ ਖਰੜ 'ਚ, ਅਸੀਂ 4 ਬ੍ਰਦਰਸ ਹੈ ਤੇ 2 ਸਿਸਟਰਸ ਵੀ ਇਹਨਾਂ ਦੀਆਂ, ਉਹ ਵੀ ਲੋਕਲ ਹੀ ਹੈ। ਮਤਲਬ ਕਿ ਬਹੁਤ ਇਕੱਠੇ ਹੋ ਕੇ, ਇਕਜੁੱਟ ਹੋ ਕੇ ਅਸੀਂ ਇਹ ਕੰਮ ਕੀਤਾ ਔਰ ਇਹ ਗੜ੍ਹ ਤੋੜਿਆ ਆਜ਼ਾਦ ਹੋ ਕੇ। ਅਗਲੀ ਵਾਰੀ ਜਦੋਂ ਫਿਰ ਕਾਂਗਰਸ ਨੂੰ ਲੱਗਿਆ ਵੀ ਅਸੀਂ ਗਲਤੀ ਕੀਤੀ ਇਹਨਾਂ ਨੂੰ ਟਿਕਟ ਦੇਣ ਵਿੱਚ, ਤਾਂ ਅਗਲੀ ਵਾਰ ਉਹਨਾਂ ਨੇ ਟਿਕਟ ਦਿੱਤੀ। ਉਸ ਟਾਈਮ ਸਰਕਾਰ ਅਕਾਲੀਆਂ ਦੀ ਸੀ, ਫਿਰ ਵੀ ਅਸੀਂ ਕੁਝ ਨਹੀਂ ਕਰ ਸਕੇ। ਨੈਕਸਟ ਟਾਈਮ ਫਿਰ ਇਹਨਾਂ ਨੇ ਇਲੈਕਸ਼ਨ ਲੜੀ, ਉਦੋਂ ਆਈ, ਉਦੋਂ ਇਹ ਐਜ਼ ਏ ਕੈਬਨਿਟ CLP ਵੀ ਰਹੇ, ਉਸ ਤੋਂ ਬਾਅਦ ਇਹ ਕੈਬਨਿਟ ਮਿਨਿਸਟਰ ਬਣ ਗਏ। ਕੈਬਨਿਟ ਮਿਨਿਸਟਰ ਬਣਨ ਕਰਕੇ ਫਿਰ ਇਹਨਾਂ ਨੇ ਦੇਖੋ ਜੇ ਟੈਕਨੀਕਲ 'ਚ ਆਏ, ਇਹ ਯੂਨੀਵਰਸਿਟੀਜ਼ ਲੈ ਕੇ ਆਏ, ਫਿਰ ITIs ਲੈ ਕੇ ਆਏ। ਇਹਨਾਂ ਨੂੰ ਸੀਗਾ ਵੀ ਬੱਚਿਆਂ ਦਾ ਕੋਈ ਇਸ ਤਰ੍ਹਾਂ ਦੇ ਆਪਾਂ ਰੁਜ਼ਗਾਰ ਖੋਲ੍ਹੀਏ ਜਿੱਥੇ ਉਹਨਾਂ ਨੂੰ ਪ੍ਰੈਕਟੀਕਲੀ ਬੱਚਿਆਂ ਨੂੰ ਪਤਾ ਚੱਲੇ, ਥਿਓਰੈਟੀਕਲੀ ਨਹੀਂ, ਵੀ ਦਿਮਾਗੀ ਤੌਰ 'ਤੇ ਵੀ
ਪੜ੍ਹ ਲਿਆ ਚਲੋ ਡਿਗਰੀ ਹੋ ਗਈ। ਉਹਨਾਂ ਨੂੰ ਪ੍ਰੈਕਟੀਕਲੀ ਪਤਾ ਹੋਣਾ ਚਾਹੀਦਾ ਵੀ ਇਹ ਕੰਮ ਜਿਵੇਂ ਪਲੰਬਰ ਦਾ ਹੋਇਆ, ਮਕੈਨੀਕਲ ਹੋਇਆ, ਆਟੋਮੋਬਾਈਲ ਦਾ ਹੋਵੇ, ਉਹਨੂੰ ਪਤਾ ਚੱਲੇ, ਉਹ ਉੱਥੋਂ ਪੜ੍ਹ ਕੇ ਤੇ ਸਿੱਧੀਆਂ ਨੌਕਰੀਆਂ ਤੇ ਆਪਣਾ ਹੀ ਓਕੂਪੇਸ਼ਨ ਕਰ ਸਕਣ, ਆਪਣਾ ਕੰਮ ਕਰ ਸਕਣ, ਹੈ ਨਾ। ਇਸ ਤਰ੍ਹਾਂ ਦੀ ਉਹਨਾਂ ਦੀ ਮਨ ਦੀ ਸੋਚ ਸੀ। ਫਿਰ ਟੂਰਿਜ਼ਮ ਆਇਆ, ਫਿਰ ਉਹ ਟੂਰਿਜ਼ਮ 'ਚ ਦੇਖਦੇ ਹੋ ਤੁਸੀਂ ਆਪਣਾ ਕਿੰਨਾ ਵਧੀਆ ਗਲੈਰਾ ਬਣਾਤਾ। ਉਸ ਤੋਂ ਬਾਅਦ ਥੀਮ ਪਾਰਕ ਕਿੰਨੀ ਦੇਰ ਦਾ ਰੁਕਿਆ ਹੋਇਆ ਸੀਗਾ, ਤੇ ਉਹਨੂੰ ਵੀ ਦੇਖ ਕੇ ਅੱਜ ਇੰਟਰਨੈਸ਼ਨਲ ਤੇ ਇਹ ਪਤਾ ਚੱਲ ਰਿਹਾ ਵੀ ਇੱਕ ਕੋਈ ਇਹੋ ਜਿਹੀ ਚੀਜ਼ ਬਣੀ ਆ। ਦੇਖੋ ਟੂਰਿਸਟ ਨੂੰ ਵੀ ਇਹਦੇ 'ਚ ਨਾ ਆਪਾਂ ਨੂੰ ਕੁਛ ਇਨਕਮ ਹੋਊਗੀ। ਇਨਕਮ ਤਾਂ ਨਹੀਂ, ਹਜੇ ਤੱਕ ਆਪਾਂ ਕੁਛ ਨਹੀਂ ਕਹਿ ਸਕਦੇ। ਹਜੇ ਤਾਂ ਇਹ ਆ ਵੀ ਬੱਚਿਆਂ ਨੂੰ ਇੱਕ ਇਤਿਹਾਸ ਪਤਾ ਚੱਲੇ। ਆਪਣਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅਸੀਂ ਵੀ ਦੇਖ ਕੇ ਆਏ ਹਾਂ, ਬੰਦਾ ਬਹਾਦਰ ਤੱਕ 11 ਗੈਲਰੀਜ਼ ਬਣੀਆਂ ਹੋਈਆਂ। ਉਹਦੇ ਵਿੱਚ ਕਿਵੇਂ ਭਰਮਾਇਆ ਗਿਆ, ਕਿਸ ਤਰ੍ਹਾਂ ਬਾਬਾ ਜੀ ਦਾ ਜਨਮ ਹੋਇਆ, ਕਿੱਥੇ ਆਪਣੇ ਸ਼ਹੀਦੀ ਹੋਈ, ਆਪਣੇ ਵੱਡੇ ਸਾਹਿਬਜ਼ਾਦਿਆਂ ਦੀ, ਛੋਟੇ ਸਾਹਿਬ। ਬਹੁਤ ਹੀ ਅੱਛਾ ਲੱਗਦਾ। ਕਈ ਵਾਰੀ ਤਾਂ ਮਨ ਭਰਿਆ ਆਉਂਦਾ ਉੱਥੇ ਦੇਖਣ 'ਚ ਵੀ ਇੰਨਾ ਵਧੀਆ ਉਹਨਾਂ ਨੇ ਉਹ ਕੀਤਾ ਹੈਗਾ। ਵੀ ਕੰਮ ਤਾਂ ਉਹ ਬਹੁਤ ਕਰਦੇ ਆ, ਉਹਨਾਂ ਦੀ ਸੋਚ ਵੀ ਬਹੁਤ ਉੱਚੀ ਹੈ। ਪਰਮਾਤਮਾ ਕਰੇ ਉਹਨਾਂ ਨੂੰ ਬਹੁਤ ਤਰੱਕੀਆਂ ਬਖਸ਼ੇ, ਮੇਰੀ ਤਾਂ ਇਹੀ ਦੁਆ ਹੈ। ਅੱਛਾ, ਸੀਐਮ ਸਾਹਿਬ ਦੀ ਸਭ ਤੋਂ ਸੋਹਣੀ ਗੱਲ ਕਿਹੜੀ ਲੱਗਦੀ ਹੈ ਤੁਹਾਨੂੰ? ਖਾਸ ਗੱਲ ਤਾਂ ਇਹ ਹੈ ਮਤਲਬ ਕਿ ਆ ਕੇ ਹੱਥ ਜ਼ਰੂਰ ਜੋੜ ਦਿੰਦੇ ਆ। ਮੈਂ ਕਿਹਾ ਤੁਸੀਂ ਤਾਂ ਘਰ ਵੀ ਸਾਰਾ ਦਿਨ ਜਦੋਂ ਆਉਣਾ ਉਹਨਾਂ ਨੇ ਹੱਥ ਜ਼ਰੂਰ ਜੋੜਨੇ ਆ। ਮੈਂ ਕਿਹਾ ਤੁਸੀਂ ਤਾਂ ਸਾਨੂੰ ਇੱਕ ਪਬਲਿਕ ਬਣਾਇਆ, ਜਿਵੇਂ ਬਾਕੀਆਂ ਦੇ ਕਹਿੰਦੇ ਮੈਨੂੰ ਆਦਤ ਪੈ ਗਈ ਹੈ ਹੱਥ ਜੋੜਨ ਦੀ। ਮੈਨੂੰ ਇਹਦਾ ਮਤਲਬ ਕਿ ਲੋਕੀ ਮੈਨੂੰ ਇਹਦਾ ਪਿਆਰ ਦਿੰਦੇ ਆ, ਹੱਥ ਜੋੜਨ। ਮੈਨੂੰ ਆਦਤ ਆਉਂਦੀ ਇੱਕਦਮ ਮੇਰੇ ਹੱਥ ਹੀ ਜੁੜ ਜਾਂਦੇ ਆ। ਅਸੀਂ ਹੱਸ ਪੈਂਦੇ ਆ ਵੀ ਸਾਹਿਬ ਆਏ ਆ, ਸਾਰਿਆਂ ਨੂੰ ਘਰਦਿਆਂ ਨੂੰ ਵੀ ਹੱਥ ਜੋੜੀ ਜਾਂਦੇ ਨੇ। ਸੀਐਮ ਸਾਹਿਬ ਦੇ ਵੱਲੋਂ ਇੱਕ ਜ਼ਿਕਰ ਕੀਤਾ ਗਿਆ ਸੀਗਾ ਕਿ ਜੋ ਮੈਂ ਸਭ ਤੋਂ ਪਹਿਲਾਂ ਸਵਾਲ ਕੀਤਾ ਸੀ ਕਿ ਚੋਣਾਂ ਦੇ ਲੈ ਕੇ, ਹੈ ਨਾ, ਲੋਕੀ ਵੀ ਕਹਿੰਦੇ ਆ ਕਿ ਹੋ ਸਕਦਾ ਹੈ ਕਿ ਸੀਐਮ ਦੀ ਵਾਈਫ ਚੋਣਾਂ ਦੇ ਵਿੱਚ ਆ ਸਕਦੀ ਹੈ। ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਮੇਰਾ ਪੋਲੀਟਿਕਸ 'ਚ ਮੈਂ ਇਹਨਾਂ ਨੂੰ ਪਿੱਛੋਂ ਸਪੋਰਟ ਦਿੰਦੀ ਹਾਂ, ਪਰ ਮੈਂ ਪੋਲੀਟਿਕਸ 'ਚ ਕਦੇ ਨਹੀਂ ਆਊਂਗੀ। ਅੱਛਾ, ਪੰਜਾਬ ਦੀ ਜਨਤਾ ਨੂੰ ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ? ਮੈਂ ਇਹੀ ਕਹਿਣਾ ਚਾਹਾਂਗੀ, ਜੇ ਸਾਹਿਬ ਆਉਂਦੇ ਆ, ਆਪਾਂ ਨੂੰ 5 ਸਾਲ ਸਰਕਾਰ ਮਿਲਦਾ, ਆਪਾਂ ਨੇ ਤੁਸੀਂ ਇੰਨਾ ਪਿਆਰ ਦੇ ਰਹੇ ਹੋ, ਇਹਨਾਂ ਨੂੰ ਇੰਨਾ ਮਾਣ ਦੇ ਰਹੇ ਹੋ, ਆਪਾਂ ਨੇ ਕੰਮ ਕਰਾਣੇ ਨੇ ਜਿਹੜੇ ਪੰਜਾਬ ਦੇ। ਆਪਾਂ ਨਸ਼ਾ ਖਤਮ ਕਰਨਾ, ਬੇਰੁਜ਼ਗਾਰੀ ਖਤਮ ਕਰਨੀ ਹੈ, ਜਿਹੜੇ ਗਰੀਬਾਂ ਦੇ ਕੋਈ ਜੋ ਵੀ ਹੈਗੀਆਂ ਪ੍ਰੋਬਲਮ ਪਹਿਲ ਦੇ ਆਧਾਰ 'ਤੇ ਕਰਨੀਆਂ ਨੇ। ਵੀ ਇਹ ਨਹੀਂ ਵੀ ਨਹੀਂ ਕਰਨੀਆਂ, ਇਹ ਸੋਚਿਆ ਹੋਇਆ ਮਨ 'ਚ ਕੰਮ ਕਰਨਾ। ਕਿਉਂਕਿ ਅਸੀਂ ਜਾਣਦੇ ਹਾਂ ਨਾ, ਲੋਕਾਂ ਤੋਂ ਕੰਪਲੇਂਟਸ ਆਉਂਦੀਆਂ, ਸਾਨੂੰ ਦੁੱਖ ਹੁੰਦਾ ਹੈ ਵੀ ਇਹ ਕੰਮ ਨਹੀਂ ਹੋਏ। ਕਿਉਂਕਿ ਮੈਨੂੰ ਪਹਿਲਾਂ ਨਹੀਂ ਸੀ ਪਤਾ, ਮੈਂ ਵਿਚਰਦੀ ਨਹੀਂ ਸੀ ਇੰਨੀ ਓਪਨਲੀ। ਹੁਣ ਮੈਂ ਜਾਂਦੀ ਹਾਂ ਤਾਂ ਮੈਨੂੰ ਲੇਡੀਜ਼ ਫੜ ਕੇ, ਆ ਮੇਰਾ ਘਰ ਦੇਖੋ ਜੀ, ਬਾਲੇ ਗਿਰੇ ਹੋਏ ਆ, ਤਾਂ ਦੁੱਖ ਹੁੰਦਾ ਵੀ ਆਪਣੇ ਪੰਜਾਬ 'ਚ ਬਹੁਤ ਜ਼ਿਆਦਾ ਗਰੀਬੀ ਹੋ ਗਈ ਹੈ, ਪਹਿਲੇ ਨਾਲੋਂ ਬਹੁਤ ਜ਼ਿਆਦਾ ਪਛੜ ਗਿਆ ਹੈ। ਇਹ ਆਪਾਂ ਨੇ ਹੁਣ ਕਰਨਾ ਵੀ ਆਪਣਾ ਜਿਹੜਾ ਹੈਗਾ ਪੰਜਾਬ ਅੱਗੇ ਵੱਲ ਨੂੰ ਜਾਵੇ, ਤਰੱਕੀਆਂ 'ਚ ਜਿਵੇਂ ਪਹਿਲਾਂ ਸੀਗਾ ਉੱਦਾਂ ਹੀ ਤਰੱਕੀ ਕਰੇ ਔਰ ਖੁਸ਼ਹਾਲ ਰਹੇ। ਇੱਕ ਮੈਨੂੰ ਸਵਾਲ ਯਾਦ ਆ ਗਿਆ, ਕੱਲ ਨਵਜੀਤ ਕਹਿ ਰਹੇ ਸੀਗੇ, ਕਹਿੰਦੇ ਮੈਂ ਕਿਹਾ ਤੁਹਾਨੂੰ ਕਦੇ ਕੁੱਟ ਪਈ ਹੈ ਮੰਮੀ ਪਾਪਾ ਤੋਂ? ਉੱਤੇ ਮੈਨੂੰ ਕਹਿ ਰਹੇ ਸੀਗੇ, ਕਹਿੰਦੇ ਸਾਲ ਵੰਡੇ ਹੋਏ ਸੀਗੇ, 7 ਸਾਲ ਮੰਮੀ ਨੇ ਵੰਡੇ ਤੇ 7 ਸਾਲ ਪਾਪਾ ਨੇ। ਕਹਿੰਦੇ ਮੈਨੂੰ ਇੱਥੋਂ ਤੱਕ ਕਿ ਵਿਕਟਾਂ ਵੀ ਬੜੀਆਂ ਪਈਆਂ ਸੀ ਪਾਪਾ ਤੋਂ। ਮਤਲਬ ਕਿ ਨਵਜੀਤ ਨਾ ਬਹੁਤ ਇਨੋਸੈਂਟ ਵੀ ਸੀਗਾ, ਸ਼ਰਾਰਤੀ ਵੀ ਬਹੁਤ ਸੀਗਾ। ਇਹਨੂੰ ਖੇਡਣ ਦਾ ਰਹਿੰਦਾ ਸੀ ਹਮੇਸ਼ਾ ਵੀ ਮੈਂ ਖੇਡਿਆ ਵਾਂ। ਮੈਨੂੰ ਹੁੰਦਾ ਸੀ ਵੀ 10th ਦੇ ਐਗਜ਼ਾਮ ਹੈ, ਤੂੰ ਸਾਰਾ ਦਿਨ ਭੱਜਾਂ, ਮੈਂ ਇਹਨੂੰ ਫੜ ਕੇ ਲਿਆਉਣਾ। ਇਹਨੇ ਮੇਰੇ ਇੱਕ ਸਾਡੀ ਜੁਆਇੰਟ ਫੈਮਿਲੀ ਹੈਗੀ, ਇਹਨੂੰ ਪਿਆਰ ਬਹੁਤ ਮਿਲਦਾ ਸੀਗਾ। ਅਤੇ ਉਹ ਜਦੋਂ ਮੈਂ ਗੁੱਸੇ ਹੁੰਦੀ ਸੀ, ਸਗੋਂ ਮੈਨੂੰ ਡਾਂਟ ਪੈਂਦੀ ਸੀ, ਤੂੰ ਹਰ ਟਾਈਮ ਮੁੰਡੇ ਨੂੰ ਡਾਂਟਦੀ ਰਹਿੰਦੀ ਹੈ। ਅਤੇ ਮੈਂ ਕਹਿੰਦੀ ਸੀ ਪੜ੍ਹਦਾ ਨਹੀਂ ਹੈ, ਇਹ ਦੇਖੋ ਜ਼ਰੂਰੀ ਹੈ, ਪੜ੍ਹਨਾ ਵੀ ਇੱਕ ਬਹੁਤ ਜ਼ਿਆਦਾ ਜ਼ਰੂਰੀ ਹੈ। ਫਿਰ ਇਹਨੇ ਕਹਿਣਾ ਮੰਮਾ ਮੈਂ ਪਾਸ ਹੋ ਜਾਊਂਗਾ। ਮੈਂ ਕਿਹਾ ਮੈਨੂੰ ਪਾਸ ਨਹੀਂ ਚਾਹੀਦਾ, ਵਧੀਆ ਬਣ ਕੇ ਕੁਛ ਦਿਖਾਓ। ਜਿਵੇਂ ਪਾਪਾ ਇੰਨੀ ਮਿਹਨਤ ਕਰ ਰਹੇ ਆ, ਹੁਣ ਤੱਕ ਉਹ PhD ਤੱਕ ਪੜ੍ਹ ਰਹੇ ਆ, MBA ਕੀਤੀ, ਲਾਅ ਕੀਤੀ। ਆਪਾਂ ਨੇ ਇੱਦਾਂ ਹੀ ਕੁਛ ਪੜ੍ਹੋ। ਉਹ ਤਾਂ ਹੁਣ ਵੀ ਕਹਿੰਦੇ ਆ ਬੇਟੇ ਕੁਛ ਪੜ੍ਹ, ਛੋਟੇ ਵਾਲੇ ਨੂੰ ਵੀ ਕਹਿੰਦੇ ਆ, ਵੱਡੇ ਵਾਲੇ ਨੂੰ ਵੀ ਕਹਿੰਦੇ ਆ। ਹੁਣ ਸਿਮਰਨ ਨੂੰ ਵੀ ਕਹਿੰਦੇ ਆ ਰਾਜੇ ਤੂੰ ਅੱਗੇ ਕੋਈ ਤਿਆਰੀ ਕਰ ਲੈ, PCS IAS ਦੀ ਕੁਛ ਤਿਆਰੀ ਕਰ ਲੈ, ਤਾਂ ਅਸੀਂ ਤੇਰੇ ਨਾਲ ਖੜੇ ਹਾਂ। ਮਤਲਬ ਕਿ ਉਹਨਾਂ ਦੀ ਸੋਚ ਬੜੀ ਅੱਛੀ ਹੈ। ਸੋ ਲਗਾਤਾਰ ਜੇਕਰ ਅਸੀਂ ਗੱਲ ਕਰੀਏ ਤਾਂ ਗੱਲਬਾਤ ਕੀਤੀ ਹੈ ਸੀਐਮ ਸਾਹਿਬ ਦੀ ਪਤਨੀ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੇ ਪਤੀ ਦੇ ਲਈ ਚੋਣ ਪ੍ਰਚਾਰ ਵੀ ਕਰ ਰਹੇ ਨੇ, ਸਪੋਰਟ ਵੀ ਉਹਨਾਂ ਦੇ ਵੱਲੋਂ ਪੂਰੀ ਕੀਤੀ ਜਾ ਰਹੀ ਹੈ। ਸੋ ਉਹਨਾਂ ਦਾ ਕਹਿਣਾ ਕਿ ਅਸੀਂ ਜਦੋਂ ਸਾਡੀ ਸਰਕਾਰ ਸੱਤਾ ਦੇ ਵਿੱਚ ਫਿਰ ਤੋਂ ਆਵੇਗੀ ਤੇ ਅਸੀਂ ਪੰਜਾਬ ਦੀਆਂ ਜੋ ਪਹਿਲ ਦੇ ਆਧਾਰ ਤੇ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਜਿਹੜਾ ਕੀਤਾ ਜਾਵੇਗਾ, ਇਕੱਲੇ ਸੀਐਮ ਸਾਹਿਬ ਨਹੀਂ ਕਰਨਗੇ, ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਪਹਿਲ ਦੇ ਆਧਾਰ ਤੇ ਪੰਜਾਬ ਦੀ ਜਨਤਾ ਦਾ ਹਰ ਹੱਲ ਕਰੇਗਾ। ਸੋ ਇਸੇ ਤਰ੍ਹਾਂ ਤੁਸੀਂ ਸਮਰ ਨਿਊਜ਼ ਦੇ ਨਾਲ ਜੁੜੇ ਰਹੋ। ਮੈਂ ਮਨਪ੍ਰੀਤ ਸਮਰਾ, ਕੈਮਰਾਮੈਨ ਮੋਨੂ।